Good morning students. Today we will discuss about 7th unit which is dual nature of matter and radiation. Okay beta, today I will discuss about electron emission. Electron emission करवाऊंगी मैं ਤੇ next videos ਦੇ ਵਿੱਚ मैं photo electric effect, Einstein photo electric equation, particle nature of light, Davison Germer experiment ਜਿਹੜੇ मैंने टॉपिक्स ਤੁਹਾਨੂੰ ਲਗਵਾਏ ਨੇ। वैसे ਆਪਾਂ ਸਾਰੇ टॉपिक्स ही करांगे। ਇਹ ਟੌਪਿਕਸ ਇੰਪੋਰਟੈਂਟ ਨੇ, ਇਹਨਾਂ ਵੱਲ ਆਪਾਂ ਜ਼ਿਆਦਾ ਫੋਕਸ ਕਰਾਂਗੇ। ਠੀਕ ਹੈ, ਇਹਨਾਂ ਦੇ ਵਿੱਚੋਂ ਅੱਜ ਮੈਂ ਇੱਕ ਟੌਪਿਕ ਕਰਵਾਉਣ ਜਾ ਰਹੀ ਹਾਂ। ਦਿਸ ਇਜ਼ ਨੋਨ ਐਜ਼ ਇਲੈਕਟ੍ਰੋਨ ਐਮਿਸ਼ਨ। ਠੀਕ ਹੈ, ਵਟ ਇਜ਼ ਨੋਨ ਐਜ਼ ਇਲੈਕਟ੍ਰੋਨ ਐਮਿਸ਼ਨ। ਇਲੈਕਟ੍ਰੋਨ ਐਮਿਸ਼ਨ ਕਿਹਨੂੰ ਕਿਹਾ ਗਿਆ? ਦੇਖੋ ਪਹਿਲਾਂ ਤਾਂ ਮੈਂ ਸਿੰਪਲ, ਆਪਾਂ ਨੂੰ ਪਤਾ ਵੀ ਇਲੈਕਟ੍ਰੋਨ ਐਮਿਸ਼ਨ ਹੁੰਦਾ ਕੀ ਹੈ। ਇਲੈਕਟ੍ਰੋਨ ਐਮਿਸ਼ਨ ਹੁੰਦਾ ਹੈ ਇਲੈਕਟ੍ਰੋਨਸ ਦਾ ਬਾਹਰ ਨਿਕਲਣਾ, ਹੈ ਨਾ, ਕਿਸੇ ਜਗ੍ਹਾ ਤੋਂ ਇਲੈਕਟ੍ਰੋਨਸ ਦਾ ਬਾਹਰ ਨਿਕਲਣਾ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਲੈਕਟ੍ਰੋਨਸ ਨੂੰ ਤਾਂ ਆਪਾਂ ਮੈਟਲ ਸਰਫੇਸ ਦੇ ਵਿੱਚੋਂ ਹੀ ਬਾਹਰ ਕੱਢ ਸਕਦੇ ਹਾਂ। ਕਿਉਂ? ਕਿਉਂਕਿ ਉਹਦੇ ਕੋਲ ਹੀ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ, ਇਸ ਕਰਕੇ ਆਪਾਂ ਬਾਹਰ ਕੱਢ ਸਕਦੇ ਹਾਂ। ਬਟ ਜਿਹੜੀ ਮੈਟਲ ਹੁੰਦੀ ਆ ਉਹਦੇ ਕੋਲ ਫ੍ਰੀ ਇਲੈਕਟ੍ਰੋਨਸ ਤਾਂ ਹੁੰਦੇ ਆ, ਆਪਾਂ ਨੂੰ ਪਤਾ ਹੀ, ਆਪਾਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਪੜ੍ਹਦੇ ਹੀ ਆ ਰਹੇ ਹਾਂ, ਹੈ ਨਾ, ਵੀ ਮੈਟਲ ਸਰਫੇਸ ਕੋਲ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ। ਦੈਨ ਉਹ ਡੋਨੇਟ ਕਰ ਦਿੰਦੀ ਹੈ ਜਿਹਨੂੰ ਚਾਹੀਦੇ ਹੁੰਦੇ, ਜਿਵੇਂ ਨੋਨ ਮੈਟਲਸ ਨੂੰ ਡੋਨੇਟ ਕਰਦੀ ਹੈ। ਬਟ ਜਿਹੜੇ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ ਉਹ ਜਿਹੜੇ ਕੀ ਆ ਬਾਹਰ ਡਾਇਰੈਕਟਲੀ ਨਹੀਂ ਨਿਕਲ ਸਕਦੇ। ਠੀਕ ਹੈ, ਕੁਛ ਨਾ ਕੁਛ ਆਪਾਂ ਨੂੰ ਕਰਨਾ ਪੈਂਦਾ, ਉਹਦੇ ਉੱਪਰ ਐਨਰਜੀ ਦੇਣੀ ਪੈਂਦੀ ਆ ਜਾਂ ਫਿਰ ਕੁਛ ਹੋਰ ਕਰਨਾ ਪੈਂਦਾ ਜਿਹਦੇ ਨਾਲ ਉਹ ਬਾਹਰ ਨਿਕਲਦੇ ਆ। ਦੇਖੋ ਬਾਹਰ ਕਿਉਂ ਨਹੀਂ ਨਿਕਲ ਪਾਉਂਦੇ, ਪਹਿਲਾਂ ਤਾਂ ਮੈਂ ਤੁਹਾਨੂੰ ਇਹਦਾ ਰੀਜ਼ਨ ਦੱਸੂੰਗੀ, ਫਿਰ ਕਿਹਦੇ ਨਾਲ ਬਾਹਰ ਨਿਕਲਣਗੇ ਮੈਂ ਤੁਹਾਨੂੰ ਇਹਦਾ ਰੀਜ਼ਨ ਦੱਸੂੰਗੀ। ਠੀਕ ਹੈ, ਦੇਖੋ ਆ ਗਈ ਆਪਣੇ ਕੋਲ ਇੱਕ ਮੈਟਲ ਸਰਫੇਸ, ਆ ਮੈਟਲ ਸਰਫੇਸ ਆ ਗਈ। ਠੀਕ ਹੈ, ਇਹਦੇ ਉੱਪਰ ਮੈंने ਪੋਜ਼ਿਟਿਵ ਚਾਰजेस ਲਗਾਏ ਹੋਏ ਨੇ ਐਂਡ ਨੈਗੇਟਿਵ ਚਾਰਜ ਇਲੈਕਟ੍ਰੋਨ। ਹੁਣ ਪੋਜ਼ਿਟਿਵ ਚਾਰਜ ਤੁਹਾਨੂੰ ਪਤਾ ਹੀ ਹੈ ਵੀ ਐਟਮ ਦਾ ਚਾਰਜ ਹੁੰਦਾ ਜਿਹਦੇ ਵਿੱਚ ਦੀ ਇਲੈਕਟ੍ਰੋਨ ਬਾਹਰ ਨਿਕਲਦਾ ਹੈ ਨਾ। ਤਾਂ ਆਪਣੇ ਕੋਲ ਮੈਟਲ ਸਰਫੇਸ ਦੇ ਉੱਪਰ ਪੋਜ਼ਿਟਿਵ ਚਾਰਜ ਵੀ ਪਏ ਹੋਏ ਨੇ ਤੇ ਇਲੈਕਟ੍ਰੋਨ ਵੀ ਪਏ ਹੋਏ ਨੇ, ਹੈ ਨਾ। ਮੈਟਲ ਦੇ ਵਿੱਚ ਪਏ ਹੋਏ ਨੇ, ਮੈਟਲ ਦੇ ਵਿੱਚ ਤਾਂ ਉਹ ਫ੍ਰੀ ਨੇ ਬਟ ਬਾਹਰ ਨਹੀਂ ਉਹ ਨਿਕਲ ਸਕਦੇ ਡਾਇਰੈਕਟਲੀ। ਤਾਂ ਕੁਛ ਨਾ ਕੁਛ ਤਾਂ ਆਪਾਂ ਨੂੰ ਉਹ 'ਤੇ ਪ੍ਰੋਸੈਸ ਕਰਨੀ ਪਊਗੀ ਜਿਹਦੇ ਨਾਲ ਉਹ ਬਾਹਰ ਨਿਕਲ ਸਕਣ। ਤਾਂ ਉਹ ਬਾਹਰ ਕਿਉਂ ਨਹੀਂ ਨਿਕਲਦੇ? ਦੇਖੋ ਆ ਪੋਜ਼ਿਟਿਵ ਚਾਰਜ ਆ, ਨੈਗੇਟਿਵ ਚਾਰਜ ਆ। ਜਦੋਂ ਪੋਜ਼ਿਟਿਵ ਚਾਰਜ ਆਪਾਂ ਨੂੰ, ਨੈਗੇਟਿਵ ਚਾਰਜ ਆਪਾਂ ਨੂੰ ਪਤਾ ਵੀ ਉਹ 'ਤੇ ਸਟਰੋਂਗ ਫੋਰਸ ਲੱਗ ਰਹੀ ਹੋਣੀ ਹੈ। ਇੱਕ ਤਾਂ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਵੀ ਉਹ ਬਾਹਰ ਕਿਉਂ ਨਹੀਂ ਨਿਕਲਦੇ, ਕਿਉਂਕਿ ਪੋਜ਼ਿਟਿਵ ਚਾਰਜ ਆ, ਨੈਗੇਟਿਵ ਚਾਰਜ ਆਪਸ ਦੇ ਵਿੱਚ ਕੀ ਲੱਗ ਰਹੀ ਹੋਣੀ ਆ? ਸਟਰੋਂਗ ਫੋਰਸ ਲੱਗ ਰਹੀ ਹੋਣੀ ਆ। ਫੋਰਸ ਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਹੈ, F = K Q1 Q2/r² ਪਲੱਸ ਚਾਰਜ ਦੇ ਲਈ ਮਾਈਨਸ ਚਾਰਜ ਦੇ ਲਈ। ਹੁਣ ਇੱਥੇ ਕਿਹੜੀ ਫੋਰਸ ਲੱਗ ਰਹੀ ਹੋਣੀ ਹੈ? ਅਟਰੈਕਟਿਵ ਫੋਰਸ। ਜਦੋਂ ਅਟਰੈਕਟਿਵ ਫੋਰਸ ਲੱਗ ਰਹੀ ਹੈ ਦੈਨ ਉਹ ਇੱਕ ਦੂਜੇ ਨੂੰ ਬਾਹਰ ਨਿਕਲ ਨਹੀਂ ਦੇ ਰਹੇ। ਅਤੇ ਦੂਸਰੀ ਗੱਲ, ਦੂਸਰਾ ਰੀਜ਼ਨ ਕੀ ਹੈ? ਇੱਕ ਤਾਂ ਉਹਦੇ ਕੋਲ ਸਟਰੋਂਗ ਅਟਰੈਕਟਿਵ ਫੋਰਸ ਹੈ, ਦੂਸਰੀ ਉਹਦੇ ਕੋਲ ਸਟਰੋਂਗ ਪੋਟੈਂਸ਼ੀਅਲ ਐਨਰਜੀ ਵੀ ਹੈ। U = K Q1 Q2/r, ਜਿਹਦੇ ਨਾਲ ਉਹ ਇੱਕ ਦੂਜੇ ਦੇ ਨਾਲ ਕੀ ਹੋਏ ਹੋਏ ਨੇ? ਬਾਈਂਡ ਅਪ ਹੋਏ ਹੋਏ ਨੇ। ਇਹਦੇ ਨਾਲ, ਇਹਦੇ ਵਿਦ ਰਿਸਪੈਕਟ ਉਹ ਕੀ ਨਹੀਂ, ਮੈਟਲ ਸਰਫੇਸ ਤੋਂ ਬਾਹਰ ਹੀ ਨਹੀਂ ਨਿਕਲ ਸਕਦੇ। ਜਦੋਂ ਮੈਟਲ ਸਰਫੇਸ ਤੋਂ ਬਾਹਰ ਨਹੀਂ ਨਿਕਲ ਸਕਦੇ ਉਹਨਾਂ ਕੋਲ ਕੀ ਕੁਛ ਹੈ? ਸਟਰੋਂਗ ਅਟਰੈਕਟਿਵ ਫੋਰਸ ਅਤੇ ਸਟਰੋਂਗ ਪੋਟੈਂਸ਼ੀਅਲ ਐਨਰਜੀ। ਤਾਂ ਸਟਰੋਂਗ ਅਟਰੈਕਟਿਵ ਫੋਰਸ ਐਂਡ ਸਟਰੋਂਗ ਪੋਟੈਂਸ਼ੀਅਲ ਐਨਰਜੀ ਨੂੰ ਵੀਕ ਕਰਨ ਦੇ ਲਈ ਆਪਾਂ ਨੂੰ ਕੁਛ ਨਾ ਕੁਛ ਪ੍ਰੋਸੈਸ ਕਰਨੀ ਪਊ, ਐਨਰਜੀ ਰਿਕੁਆਇਰ ਕਰਨੀ ਪਊ ਤਾਂ ਕਿ ਆਪਣੇ ਇਲੈਕਟ੍ਰੋਨ ਜਿਹੜੇ ਫ੍ਰੀ ਨੇ ਉਹ ਬਾਹਰ ਨਿਕਲ ਸਕਣ, ਹੈ ਨਾ। ਇਲੈਕਟ੍ਰੋਨਸ ਦਾ ਐਮਿਸ਼ਨ ਤਾਂ ਹੀ ਹੋਊਗਾ। ਤਾਂ ਆਪਾਂ ਕੀ ਕਰਦੇ ਹਾਂ, ਉਹਨੂੰ ਇੱਕ ਸਪੈਸ਼ਲ ਅਮਾਊਂਟ ਦੀ ਐਨਰਜੀ ਰਿਕੁਆਇਰ ਕਰ ਦਿੰਦੇ ਹਾਂ। ਜਦੋਂ ਸਪੈਸ਼ਲ ਅਮਾਊਂਟ ਆਫ ਐਨਰਜੀ ਇਹਨੂੰ ਦੇ ਦਿੰਦੇ ਹਾਂ ਉਹਨੂੰ ਆਪਾਂ ਬੋਲਦੇ ਹਾਂ ਵਰਕ ਫੰਕਸ਼ਨ। ਕੀ ਬੋਲਦੇ ਹਾਂ? ਵਰਕ ਫੰਕਸ਼ਨ, ਜਿਹਨੂੰ ਫਾਈ ਨੋਟ ਦੇ ਨਾਲ ਡਿਨੋਟ ਕੀਤਾ ਗਿਆ। ਹੁਣ ਜਿਹੜਾ ਵਰਕ ਫੰਕਸ਼ਨ ਫਾਈ ਨੋਟ ਹੈ, ਹੁਣ ਤੁਸੀਂ ਕਹੋਗੇ, ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਆ ਰਿਹਾ ਹੋਣਾ ਵੀ ਇਹ ਹਰ ਇੱਕ ਮੈਟਲ ਸਰਫੇਸ ਦੇ ਲਈ ਸੇਮ ਹੁੰਦੀ ਹੈ। ਜਿਵੇਂ ਮੈਟਲ ਸਰਫੇਸ ਆਪਾਂ ਜ਼ਿਆਦਾਤਰ ਸੋਡੀਅਮ, ਸੀਜ਼ੀਅਮ ਇਹ ਲੈਂਦੇ ਹਾਂ ਨਾ ਮੈਟਲਸ, ਵੀ ਹਰ ਇੱਕ ਦੇ ਲਈ ਵਰਕ ਫੰਕਸ਼ਨ ਸੇਮ ਹੁੰਦਾ ਹੈ? ਨੋ, ਹਰ ਇੱਕ ਦੇ ਲਈ ਵਰਕ ਫੰਕਸ਼ਨ ਸੇਮ ਨਹੀਂ ਹੁੰਦਾ। ਇਹ ਕਿਹਦੇ ਉੱਪਰ ਫਿਰ ਡਿਪੈਂਡ ਕਰਦਾ ਹੋਊ? ਇਹ ਡਿਪੈਂਡ ਕਰਦਾ ਟਾਈਪ ਆਫ ਦੀ ਮੈਟਲ ਸਰਫੇਸ, ਕਿਸ ਤਰ੍ਹਾਂ ਦੀ ਮੈਟਲ ਸਰਫੇਸ ਬਣੀ ਹੋਈ ਆ, ਉਹਦਾ ਨੇਚਰ ਕਿਸ ਤਰ੍ਹਾਂ ਹੈ ਅਤੇ ਟੈਂਪਰੇਚਰ। ਇਟ ਡਿਪੈਂਡਸ ਅਪੋਨ ਦਾ ਆਲ ਦੀਜ਼ ਫੈਕਟਰਸ। ਇਹਨਾਂ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ ਜਿਹੜੀ ਆਪਣਾ ਵਰਕ ਫੰਕਸ਼ਨ ਹੈ। ਠੀਕ ਹੈ, ਇਸ ਕਰਕੇ ਜਿਹੜਾ ਆਪਣਾ ਵਰਕ ਫੰਕਸ਼ਨ ਹੈ ਹਰ ਇੱਕ ਮੈਟਲ ਦਾ ਕੀ ਹੁੰਦਾ? ਡਿਫਰੈਂਟ ਹੁੰਦਾ। ਸਮਝ ਆ ਗਈ? ਹੁਣ ਆਪਣਾ ਇਲੈਕਟ੍ਰੋਨ ਐਮਿਸ਼ਨ ਤਾਂ ਹੋ ਗਿਆ ਕਿਹਦੇ ਵਿਦ ਰਿਸਪੈਕਟ? ਡਿਊ ਟੂ ਦਾ ਵਰਕ ਫੰਕਸ਼ਨ। ਵਰਕ ਫੰਕਸ਼ਨ ਦੇ ਵਿਦ ਰਿਸਪੈਕਟ ਮੈंने ਇੱਕ ਐਨਰਜੀ ਪ੍ਰੋਵਾਈਡ ਕਰਤੀ, ਐਨਰਜੀ ਰਿਕੁਆਇਰ ਕਰਤੀ ਕਿਹਨੂੰ? ਮੈਟਲ ਸਰਫੇਸ ਨੂੰ, ਜਿਹਦੇ ਨਾਲ ਇਲੈਕਟ੍ਰੋਨ ਆਪਣਾ ਬਾਹਰ ਨਿਕਲ ਗਿਆ।
ਹੁਣ ਜਿਹੜਾ ਆਪਣਾ ਇਲੈਕਟ੍ਰੋਨ ਐਮਿਸ਼ਨ ਹੁੰਦਾ ना वो 3 तरह का ਹੁੰਦਾ ਕਿਹੜਾ ਕਿਹੜਾ एक तो ਹੁੰਦਾ ਆਪਣੇ ਕੋਲ ਸਿੰਪਲ ਥਰਮੋਆਇਨਿਕ ਐਮਿਸ਼ਨ एक अपने कोल हुंदा है थर्मोआयनिक एमिशन एक अपने कोल फोटो इलैक्ट्रिक एमिशन एक अपने कोल हुंदा है सिंपल फील्ड एमिशन इन्हां तिन्नां बारे भी आपां स्टडी करांगे ओके बेटा किहड़े किहड़े थर्मोआयनिक एमिशन ते फोटो इलैक्ट्रिक एमिशन एंड फील्ड एमिशन। तो सब तो पहला तुसीं ये देख लो भी इलैक्ट्रॉन एमिशन की तुसीं थ्योरी किस तरह लिखोगे क्योंकि जिहड़ा ये चैप्टर है ये ज़्यादातर थ्योरी ही आ ठीक है। देखो मैंने लिखिया भी जे अपन इलैक्ट्रॉन एमिशन नूं करवाना है देयर शुड बी अ मैटल एक मैटल होनी चाहिए है इन दिस मैटल देयर आर सो मैनी फ्री इलैक्ट्रॉन्स बहुत ज़्यादा फ्री इलैक्ट्रॉन होंगे जिमें कि मैंने दसिया उमें लिखा हुआ बट दीज फ्री इलैक्ट्रॉन कैन नॉट कम आउट ऑफ द सरफेस डायरैक्टली एज दे एक्सपीरियंस स्ट्रोंग क्यों नहीं निकल सकते क्योंकि उन्होंने को स्ट्रोंग एज दे एक्सपीरियंस स्ट्रोंग अट्रैक्टिव फोर्स एंड स्ट्रोंग पोटेंशियल एनर्जी का मैंने दोनों का फॉर्मूला भी लिखता। उस तो बाद हुण अपने इलैक्ट्रॉन नूं बाहर कढना इन ऑर्डर टू ब्रिंग दिस इलैक्ट्रॉन कम आउट फ्रॉम द मैटल सरफेस वी शुड हैव टू प्रोवाइड सम एनर्जी टू इट इज़ कॉल्ड वर्क फंक्शन डिनोटेड बाय फाई नॉट बट फाई नॉट is not same for all the metal surface because it depends upon all these factors. First one is type of the metal surface, second one is nature and third one is temperature. इलैक्ट्रॉन एमिशन समझ आ गया। हुण आपां इहदे टाइप्स बारे पढ़ांगे जिहड़े मैंने 3 टाइप्स दस्से ने। फर्स्ट टाइप आ गई थर्मोआयनिक एमिशन। थर्मोआयनिक एमिशन की हुंदी है देखो थर्मो के नाम तो तुहानूं पता लगदा हो थर्मोआयनिक एमिशन की है ये हीट के नाल की हैगी रिलेटेड आ ये आप हीट नाल पढ़ांगे। देखो अपने को जिवें एक बल्ब के भी फिलामेंट हुंदा ना जो आप करंट पास करते हैं वो फिलामेंट गर्म हो जाता है वो फिलामेंट गर्म के विद रिस्पैक्ट हीटिंग के विद रिस्पैक्ट जोड़े इलैक्ट्रॉन ने वो एनर्जी रिक्वायर करते हैं जो एनर्जी रिक्वायर करते हैं वो विद रिस्पैक्ट वो मैटल सरफेस तो बाहर निकल सकते हैं इलैक्ट्रॉन्स ठीक है। ये प्रोसैस होंदी है देखो जिवें मैंने एक फिलामेंट बनाता ठीक है वो इलैक्ट्रॉन बाहर निकल रहे हैं कदों जो फिलामेंट मेरा गर्म हो गया तो गर्म कदों होगा जो मैं उन्होंने करंट प्रोवाइड करूँगी करंट प्रोवाइड करता वो हीट हो गया हीट के नाल की हो गया जोड़े मेरे इलैक्ट्रॉन से मैटल सरफेस के उपर पाए हुए उन्होंने एनर्जी मिल गई ड्यू टू द हीट जो एनर्जी मिल गई उन्होंने एब्जॉर्ब कर लिया हीट नूं वो विद रिस्पैक्ट उन्होंने एनर्जी मिल गई तो इलैक्ट्रॉन की हो गए मैटल सरफेस तो बाहर इन्हूं बोल दिया जाता है थर्मोआयनिक एमिशन ओके जी। देखो when the current passes through the filament it gets heat देखो किन्ने ते get होंदा है ये तुसी याद रखियो 2500 to 3000 Kelvin इन्ना हीट हो जाता है and electron absorb this enough energy electron absorb कर लेंदे ने due to this heat with getting this energy electron come out from the surface called thermoionic emission केड़े केड़े एग्जांपल्स ने इहदियां जिमें आप मोबाइल भी लै सकते जो आप चार्ज कर दें वो जी स्क्रीन है वो भी गर्म हो जाती है ना जिमें यदि एग्जाम्पल है डायोड ट्रायोड जिमें अपना टीवी हो गया टैलीविजन जिमें कैथोड रे ट्यूब वो लगी होंगी कैथोड रे ट्यूब जिन्होंने बोलिया गया CRT वो भी हीटिंग के विद रिस्पैक्ट अपने को आंदा गा उन्होंने भी की बोलते हैं थर्मोआयनिक एमिशन। सैकेंड वन इज़ फोटो इलैक्ट्रिक एमिशन। हुण फोटो इलैक्ट्रिक एमिशन की होंदा है ये तुसी वैसे +1 दे विच भी की हुई है भी अपने को एक मैटल सरफेस होंदी है वो उपर इलैक्ट्रॉन्स होंदे ने उहदे विच है ना तो आप एक हाई फ्रीकुएंसी दी रेज पा दिंदे जो हाई फ्रीकुएंसी दी रेज पाने विद दीज रेज इलैक्ट्रॉन्स बाहर निकल जाते हैं जोड़े इलैक्ट्रॉन्स बाहर निकलते हैं उन्होंने आप बोलते हैं की बोलते हैं फोटो इलैक्ट्रॉन्स जोड़े इलैक्ट्रॉन बाहर निकल रहे हैं हाई फ्रीकुएंसी जी रेज पै रही है उस प्रोसैस दे विच जिहड़ी फ्रीकुएंसी यूज़ होंदी है उन्होंने बोलते हैं थ्रैशहोल्ड फ्रीकुएंसी ओके बेटा। देखो व्हेन द स्पेशल हाई फ्रीक्वेंसी रेज इंसिडेंट और फॉल्स ऑन द मेटल सरफेस द इलेक्ट्रॉन्स विल कम आउट फ्रॉम द सरफेस कॉल्ड फोटो इलेक्ट्रॉन एंड दिस प्रोसेस इज कॉल्ड फोटो इलेक्ट्रिक एमिशन एंड द स्पेशल फ्रीक्वेंसी फॉर दिस प्रोसेस इज हैपनिंग इज कॉल्ड थ्रेशहोल्ड फ्रीक्वेंसी। समझ आ गया फोटो इलेक्ट्रिक। नैक्सट वन इज़ एंड लास्ट वन इज़ फील्ड एमिशन। हुण फील्ड एमिशन कोई फील्ड चाहिए अपन एमिशन करने के लिए हुण इहदे विच की आ देखो मैंने एक फील्ड ले लिया
ਆਹ ਵਾਲਾ ਫੀਲਡ ਲੈ ਲਿਆ ਮੈਨੇ, ਇੱਧਰਲੇ ਪਾਸੇ ਪੋਜ਼ਿਟਿਵ, ਇੱਧਰਲੇ ਪਾਸੇ ਨੈਗੇਟਿਵ। और ਜਿਹੜਾ फील्ड लिया ना मैंने इलैक्ट्रिक फील्ड वो लिया 10⁻⁸ वोल्ट पर मीटर। आह वाला फॉर्मूला यूज़ किया V = ED या फिर E = V/D वोल्टेज अपॉन डिस्टेंस। ये मैंने मैटल सरफेस रख ली तो की होगा जो इस फील्ड के विद रिस्पैक्ट जो इन्नी फील्ड लऊगा है ना 10⁻⁸ के विद रिस्पैक्ट जोड़े इलैक्ट्रॉन्स होणगे वो एक फोर्स एक्सपीरियंस करनगे विद रिस्पैक्ट टू दिस फील्ड। फोर्स एक्सपीरियंस करनगे दैन ये विद रिस्पैक्ट टू इलैक्ट्रॉन की हो जाएंगे बाहर निकल आएंगे मैटल सरफेस। अपन तो इलैक्ट्रॉन्स भी बाहर कढ़ना। देखो मैंने लिखा हुआ वैन द मैटल एक्सपीरियंस ह्यूज अमाउंट ऑफ इलैक्ट्रिक फील्ड 10⁸ वोल्टेज पर मीटर and the charge which are inside the metal they experience huge amount of force because of this formula। देखो E = F/Q। इलैक्ट्रिक फील्ड अपने ज़्यादा अप्लाई किया तो फोर्स भी ज़्यादा लगूगी, फोर्स ज़्यादा लगूगी दैन इलैक्ट्रॉन्स ऑटोमैटिकली बाहर निकले आएंगे एंड दे विल कम आउट द फ्रॉम द सरफेस। कौन? इलैक्ट्रॉन्स विल कम आउट फ्रॉम द सरफेस कॉल्ड फील्ड एमिशन। इनू आप फील्ड एमिशन बोलिया गया। ठीक है बेटा, समझ आई है ये वाला टॉपिक। इलैक्ट्रॉन एमिशन सिंपल होंदा की है भी अपने मैटल सरफेस के विचों इलैक्ट्रॉन्स नू बाहर कढ़ना है। इलैक्ट्रॉन्स नू बाहर कढ़न दे लई आपां सिंपल की लैंदे आ एनर्जी प्रोवाइड करते हैं इन दी फॉर्म ऑफ वर्क फंक्शन जिन्होंने φ0 बोलिया गया। फिर मैंने ये टाइप्स डिस्कस कीतियां ने। ओके बेटा, थैंक यू।